अमृत बाणी राम सुन वाद पाजिया सुन वाद पाजिया। तुद आगै अरदास हमारी जियो पिंड सब तेरा। कहो नानक सब तेरी वड्याई कोई नाऊ न जाने मेरा। श्री गुरु ग्रंथ साहिब जी दी समग्र बाणी विच प्रभु दी सिफतो सलाह है, उस्तत है। सर्ब कला समर्थ अकाल पुरख प्रभु दे चरना विच बेनती है, उस दे गुणां दा वर्णन है। प्रभु ते जन दा रिश्ता प्रभु ते सेवक दे रिश्ते वांग है, क्योंकि सच्ची सेवा प्रभु दे हुक्म अनुसार वही जन कर सकते हैं जिहड़े प्रभु दे हुक्म मुताबिक चलते ने। ये तां ही संभव हुंदा है जदों वो बेअंत गुणां दे स्वामी, सर्व शक्तिमान, सर्व व्यापक, सर्व कला समर्थ अकाल पुरख प्रभु दे चरनां विच जोदड़ी करते हैं। राग वडहंस विच उचारित शब्द विच साहिब श्री गुरु अर्जन देव जी दासा भाव विच आके ये अर्जोई करते हैं। सेवक की अरदास प्यारे जप जीवा प्रभ चरण तुम्हारे। सरवण करते हैं भाई प्रभजोत सिंह बाली ते उन्हां दे रागी जथे वल्लों गायन कीता होया ये शब्द। सेवक की अरदास प्यारे जप जीवा प्रभ चरण तुम्हारे। जप जीवा प्रभ चरण तुम्हारे। बेअंत को बिरला जाने, तू बेअंत को बिरला जाने। गुर प्रसाद को शब्द पछाने। गुर प्रसाद को शब्द पछाने। सेवक की अरदास प्यारे जप जीवा प्रभ चरण तुम्हारे। जप जीवा प्रभ चरण तुम्हारे। दयाल पुरख मेरे प्रभु दाते। दयाल पुरख मेरे प्रभु दाते। जिसे जनाओ तिन्हें तुम जाते। जिसे जनाओ तिन्हें तुम जाते। सेवक की अरदास प्यारे जप
जीवा प्रभ चरण तुम्हारे, जप जीवा प्रभ चरण तुम्हारे। ਵਾਹਿਗੁਰੂ 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 ਤਨ ਵਾਹਿਗੁਰੂ 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 ਤਨ ਵਾਹਿਗੁਰੂ। सदा सदा जाई बलिहारी, सदा सदा जाई बलिहारी। इत उत देखो ओट तुम्हारी, इत उत देखो ओट तुम्हारी। सेवक की अरदास प्यारे, जप जीवा प्रभ चरण तुम्हारे, जप जीवा प्रभ चरण तुम्हारे। ਵਾਹਿਗੁਰੂ 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 ਤਨ ਵਾਹਿਗੁਰੂ 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 ਤਨ ਵਾਹਿਗੁਰੂ। मोह निर्गुण गुण किछु न जाता, मोह निर्गुण गुण किछु न जाता। नानक साधु देख मन राता, नानक साधु देख मन राता। सेवक की अरदास प्यारे, सेवक की अरदास प्यारे, जप जीवा प्रभ चरण तुम्हारे। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਪ੍ਰਭਜੋਤ ਸਿੰਘ ਬਾਲੀ ਤੇ ਉਹਨਾਂ ਦੇ ਰਾਗੀ ਜੱਥੇ ਨੇ। ਅਕਾਲ ਪੁਰਖ ਪ੍ਰਭੂ ਦੇ ਹੁਕਮ ਨਾਲ ਅਰਥਾਤ ਇੱਕ ਕਵਾਓ ਦੇ ਨਾਲ ਸ੍ਰਿਸ਼ਟੀ ਦਾ ਪਸਾਰ ਹੋ ਗਿਆ। ਗੁਰਬਾਣੀ ਵਿੱਚ ਬਿਆਨਿਆ ਗਿਆ ਹੈ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਰਥਾਤ ਇਹ ਸਾਰਾ ਪਸਾਰਾ ਜਿਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਸ ਸ੍ਰਿਸ਼ਟੀ ਦੇ ਪਸਾਰ ਕਰਨ ਵਾਲੇ ਦਾ ਅੰਤ ਵੀ ਨਹੀਂ ਲਖਿਆ ਜਾ ਸਕਦਾ, ਉਸ ਦੇ ਅੱਗੇ ਤਾਂ ਨਤਮਸਤਕ ਹੋਣਾ ਹੀ ਬਣਦਾ ਹੈ ਤੇ ਇਹੀ ਕਹਿਣਾ ਬਣਦਾ ਹੈ, ਤੁਮਰਾ ਲਖਾ ਨ ਜਾਏ ਪਸਾਰਾ। ਸੁਣਦੇ ਹਾਂ ਸੁਖਜੀਤ ਸਿੰਘ ਹੋਰਾਂ ਪਾਸੋਂ ਇਹ ਵਾਰਤਾ। ਸੰਸਾਰ ਅੰਦਰ ਅਨੇਕਾਂ ਧਰਮ ਹਨ। ਹਰੇਕ ਧਰਮ ਨੇ ਸ੍ਰਿਸ਼ਟੀ ਦੀ ਉਤਪਤੀ ਕਦੋਂ ਕਿਵੇਂ ਹੋਈ ਦੇ ਬਾਰੇ ਆਪਣੇ ਆਪਣੇ ਵਿਚਾਰ ਦਿੱਤੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਇਸ ਸਬੰਧ ਵਿੱਚ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਆਪਣੇ ਆਪ ਨੂੰ ਪ੍ਰਕਾਸ਼ਮਾਨ ਕੀਤਾ, ਫਿਰ ਪਰਮੇਸ਼ਰ ਨੇ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਅਤੇ ਫਿਰ ਪਾਣੀ ਤੋਂ ਵੱਖ-ਵੱਖ ਤਰ੍ਹਾਂ ਦੇ ਜੀਵ ਜੰਤੂਆਂ ਦੀ ਪੈਦਾਇਸ਼ ਆਰੰਭ ਹੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅੱਜ ਤੋਂ ਲਗਭਗ 500 ਸਾਲ ਪਹਿਲਾਂ
ਦਿੱਤੇ ਗਏ ਇਸ ਸਿਧਾਂਤ ਦੀ ਸਚਾਈ ਨੂੰ ਵਿਗਿਆਨ ਵੱਲੋਂ ਵੀ ਪ੍ਰਮਾਣਿਤ ਕਰ ਦਿੱਤਾ ਗਿਆ ਹੈ। ਪਹਿਲੇ ਪਾਤਸ਼ਾਹ ਦੇ ਪਾਵਨ ਬਚਨ ਹਨ, ਸਾਚੇ ਤੇ ਪਵਨਾ ਪਿਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਘਟ ਘਟ ਜੋਤ ਸਮੋਏ। ਸ੍ਰਿਸ਼ਟੀ ਦਾ ਪਸਾਰਾ ਕਦੋਂ ਹੋਇਆ ਦੇ ਬਾਰੇ ਵਿੱਚ ਵੱਖ-ਵੱਖ ਸਮੇਂ ਤੇ ਸਾਇੰਸਦਾਨਾਂ ਨੇ ਆਪੋ ਆਪਣੀਆਂ ਖੋਜਾਂ ਦੇ ਆਧਾਰ ਤੇ ਦੱਸਣ ਦਾ ਯਤਨ ਕੀਤਾ ਹੈ, ਪਰ ਇਸ ਸਬੰਧ ਵਿੱਚ ਸਾਇੰਸਦਾਨ ਇੱਕ ਮਤ ਨਹੀਂ ਹੋ ਸਕੇ। ਜੇ ਕੋਈ ਸ੍ਰਿਸ਼ਟੀ ਦੀ ਆਰੰਭਤਾ ਦੇ ਸਮੇਂ ਨੂੰ ਨਿਸ਼ਚਿਤ ਕਰਕੇ ਦੱਸਣ ਦਾ ਯਤਨ ਕਰਦਾ ਹੈ ਤਾਂ ਹੋਰ ਕੋਈ ਸਾਇੰਸਦਾਨ ਉਸ ਤੋਂ ਹੋਰ ਅੱਗੇ ਜਾ ਕੇ ਆਪਣੀ ਖੋਜ ਦੁਆਰਾ ਪਹਿਲੇ ਨੂੰ ਰੱਦ ਕਰਦੇ ਹੋਏ ਨਵੀਂ ਖੋਜ ਵਿੱਚ ਬਦਲ ਦਿੰਦਾ ਹੈ। ਇਸ ਸਬੰਧ ਵਿੱਚ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖਦੇ ਹਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਬਾਣੀ ਜਪ ਵਿੱਚ ਹੀ ਸਪਸ਼ਟ ਕਰ ਦਿੰਦੇ ਹਨ ਕਿ ਜੇਕਰ ਸ੍ਰਿਸ਼ਟੀ ਦੀ ਆਰੰਭਤਾ ਦਾ ਸਮਾਂ ਸਹੀ ਰੂਪ ਵਿੱਚ ਲੱਭੇ ਜਾਣ ਯੋਗ ਹੁੰਦਾ ਤਾਂ ਹਿੰਦੂ, ਇਸਲਾਮ, ਈਸਾਈ, ਯੋਗ ਮਤ ਆਦਿ ਦੇ ਪਹਿਲਾਂ ਹੀ ਰਚੇ ਜਾ ਚੁੱਕੇ ਪੁਰਾਣ, ਕੁਰਾਨ, ਬਾਈਬਲ ਆਦਿਕ ਧਰਮ ਗ੍ਰੰਥਾਂ ਵਿੱਚ ਇਸ ਦਾ ਜ਼ਿਕਰ ਜ਼ਰੂਰ ਮਿਲ ਜਾਣਾ ਸੀ। ਗੁਰੂ ਸਾਹਿਬ ਤਾਂ ਬਿਨਾਂ ਕਿਸੇ ਐਸੇ ਵਾਦ ਵਿਵਾਦ ਵਿੱਚ ਪੈਣ ਦੇ ਸਪਸ਼ਟ ਕਰਦੇ ਹਨ ਕਿ ਸ੍ਰਿਸ਼ਟੀ ਦੀ ਆਰੰਭਤਾ ਕਦੋਂ ਹੋਈ ਦੇ ਬਾਰੇ ਜੇ ਸੋਚਣ ਲੱਗੀਏ ਤਾਂ ਬਗੈਰ ਹੈਰਾਨੀ ਤੇ ਅਸਚਰਜਤਾ ਦੇ ਹੋਰ ਕੁਝ ਵੀ ਹੱਥ ਨਹੀਂ ਆਉਂਦਾ ਹੈ। ਇਹ ਸਮਾਂ ਲੱਭਣਾ ਤਾਂ ਕੇਵਲ ਹਨੇਰੇ ਵਿੱਚ ਹੱਥ ਮਾਰਨ ਦੇ ਬਰਾਬਰ ਹੈ। ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਦੀ ਪੌੜੀ ਨੰਬਰ 21 ਵਿੱਚ ਅਸੀਂ ਰੋਜ਼ਾਨਾ ਨਿਤਨੇਮ ਰੂਪ ਵਿੱਚ ਪੜ੍ਹਦੇ ਹਾਂ, ਕਵਣ ਸੁਵੇਲਾ ਵਖਤ ਕਵਨ, ਕਵਣ ਥਿਤ ਕਵਨ ਵਾਰ, ਕਵਣ ਸਿਰੁਤੀ ਮਾਹ ਕਵਨ, ਜਿਤ ਹੋਵਾ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਨ, ਵਕਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨ ਜੋਗੀ ਜਾਣੈ, ਰੁੱਤ ਮਾਹ ਨ ਕੋਈ, ਜਾ ਕਰਤਾ ਸ੍ਰਿਸ਼ਟੀ ਕਉ ਸਾਜੈ, ਆਪੇ ਜਾਣੈ ਸੋਈ। ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ਦੇ ਬਾਰੇ ਤਾਂ ਤੁਮਰਾ ਲਖਾ ਨ ਜਾਏ ਪਸਾਰਾ ਹੀ ਕਹਿਣਾ ਬਣਦਾ ਹੈ। ਵਿਚਾਰਵਾਨਾਂ ਦਾ ਮਤ ਹੈ ਕਿ ਇਹ ਦਿਖਾਈ ਦਿੰਦਾ ਪਸਾਰਾ ਇੱਕ ਅਜਿਹੀ ਹੱਥ ਲਿਖਤ ਕਿਤਾਬ ਵਾਂਗ ਹੈ ਜਿਸ ਦੇ ਨਾ ਪਹਿਲੇ ਪੰਨੇ ਹਨ ਅਤੇ ਨਾ ਹੀ ਅਖੀਰਲੇ। ਇਸ ਦਾ ਭਾਵ ਇਹੀ ਬਣਦਾ ਹੈ ਕਿ ਬੇਅੰਤ ਪਰਮੇਸ਼ਰ ਵੱਲੋਂ ਸਾਜਿਆ ਗਿਆ ਸਮੁੱਚਾ ਬ੍ਰਹਿਮੰਡ ਅਸੀਮ ਕਰਤੇ ਵਾਂਗ ਹੀ ਅਸੀਮਤ ਹੈ। ਇਸ ਲਈ ਸ੍ਰਿਸ਼ਟੀ ਦੇ ਆਰੰਭ ਬਾਰੇ ਕੋਈ ਵੀ ਅਨੁਮਾਨ ਲਗਾਉਣਾ ਬੇਅਰਥ ਹੀ ਹੈ ਅਤੇ ਕੇਵਲ ਕਿਆਸ ਅਰਾਈਆਂ ਹੀ ਹਨ। ਪ੍ਰਭੂ ਵੱਲੋਂ ਰਚੇ ਗਏ ਸ੍ਰਿਸ਼ਟੀ ਦੇ ਸਮੁੱਚੇ ਪਸਾਰੇ ਨੂੰ ਪੂਰਨ ਰੂਪ ਵਿੱਚ ਲੱਖ ਸਕਣਾ ਭਾਵ ਜਾਣਨ ਸੰਬੰਧੀ ਕੋਈ ਵੀ ਦਾਅਵੇਦਾਰੀ ਕਰਨਾ ਸਾਡੀ ਅਗਿਆਨਤਾ ਹੀ ਗਿਣੀ ਜਾਵੇਗੀ। ਸਾਰੀ ਲੋਕਾਈ ਦੇ ਸਿਰਜਣਹਾਰੇ ਰੱਬ ਦੇ ਆਪਣੇ ਜੋਤ ਸਵਰੂਪ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਦੀ ਸਾਜਨਾ ਕਰਕੇ ਆਪਣਾ ਨਾਮਨਾ ਬਣਾਇਆ, ਫਿਰ ਉਸਨੇ ਕੁਦਰਤ ਦੀ ਰਚਨਾ ਕੀਤੀ ਅਤੇ ਆਪਣੀ ਰਚੀ ਹੋਈ ਕੁਦਰਤ ਵਿੱਚ ਇੱਕ ਰਸ ਵਿਆਪਕ ਹੋ ਕੇ ਆਪ ਹੀ ਸਾਰੇ ਜਗਤ ਦਾ ਤਮਾਸ਼ਾ ਵੇਖ ਰਿਹਾ ਹੈ। ਆਪ ਹੀ ਜੀਵਾਂ ਨੂੰ ਸਾਜ ਕੇ ਦਾਤਾਂ ਦਿੰਦਾ ਹੈ ਅਤੇ ਆਪ ਹੀ ਆਪਣੇ ਹੁਕਮ ਦੁਆਰਾ ਜੀਵਾਂ ਨੂੰ ਦਿੱਤੀ ਗਈ ਜਿੰਦ ਤੇ ਸਰੀਰ ਨੂੰ ਵਾਪਸ ਵੀ ਲੈ ਲੈਂਦਾ ਹੈ। ਇਸ ਸਬੰਧ ਵਿੱਚ ਆਸਾ ਕੀ ਵਾਰ ਦੀ ਪਹਿਲੀ ਪੌੜੀ ਰਾਹੀਂ ਗੁਰੂ ਨਾਨਕ ਪਾਤਸ਼ਾਹ ਪਾਵਨ ਗੁਰਬਾਣੀ ਦੇ ਬਚਨ ਬਖਸ਼ਿਸ਼ ਕਰਦੇ ਹੋਏ ਸਾਡੀ ਅਗਵਾਈ ਕਰਦੇ ਹਨ। ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਨੋਈ ਸਭ ਸੈ, ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਸੰਸਾਰ ਦੇ ਦਿਸਦੇ ਪਸਾਰੇ ਸੰਬੰਧੀ
ਲੋਕਾਂ ਵਿੱਚ ਇਹ ਖਿਆਲ ਆਮ ਪ੍ਰਚਲਿਤ ਸੀ ਕਿ ਇਕੱਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ਤੇ ਉਸ ਦੇ 3 ਪੁੱਤਰ ਪੈਦਾ ਹੋਏ। ਉਹਨਾਂ ਵਿੱਚੋਂ ਇੱਕ ਬ੍ਰਹਮਾ ਘਰ-ਬਾਰੀ ਭਾਵ ਜੀਵ ਜਨਤਾ ਨੂੰ ਪੈਦਾ ਕਰਨ ਲੱਗ ਪਏ, ਦੂਜੇ ਵਿਸ਼ਨੂੰ ਭੰਡਾਰੇ ਦੇ ਮਾਲਕ ਬਣ ਕੇ ਜੀਵਾਂ ਨੂੰ ਰਿਜ਼ਕ ਭੇਜਣ ਦੇ ਕੰਮ ਵਿੱਚ ਲੱਗ ਪਏ ਅਤੇ ਤੀਜੇ ਸ਼ਿਵ ਜੀ ਆਪਣੀ ਕਚਹਿਰੀ ਲਾ ਕੇ ਜੀਵਾਂ ਨੂੰ ਸੰਘਾਰਨ ਭਾਵ ਨਾਸ਼ ਕਰਨ ਦੇ ਕੰਮ ਵਿੱਚ ਲੱਗ ਗਏ। ਪਰ ਗੁਰੂ ਨਾਨਕ ਸਾਹਿਬ ਇਸ ਪ੍ਰਚਲਿਤ ਖਿਆਲ ਨਾਲ ਸਹਿਮਤ ਨਾ ਹੁੰਦੇ ਹੋਏ ਆਪਣਾ ਮਤ ਪ੍ਰਗਟ ਕਰਦੇ ਹਨ ਕਿ ਜੇਕਰ ਮੰਨ ਲਿਆ ਜਾਵੇ ਕਿ ਐਸਾ ਹੀ ਹੋ ਰਿਹਾ ਹੈ ਤਾਂ ਇਹਨਾਂ 3 ਦੇਵਤਿਆਂ ਨੂੰ ਪੈਦਾ ਕਰਨ ਵਾਲਾ ਤਾਂ ਪ੍ਰਭੂ ਆਪ ਹੀ ਹੈ। ਸੋ ਅਸਲ ਗੱਲ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਹੀ ਸੰਸਾਰ ਦੇ ਪਸਾਰੇ ਦੀ ਸਾਰੀ ਕਾਰ ਨੂੰ ਚਲਾ ਰਿਹਾ ਹੈ। ਪਰ ਇਹ ਕੈਸਾ ਕੌਤਕ ਹੈ ਕਿ ਉਹ ਅਕਾਲ ਪੁਰਖ ਆਪਣੇ ਹੁਕਮ ਵਿੱਚ ਚੱਲ ਰਹੇ ਸਾਰੇ ਜੀਵਾਂ ਨੂੰ ਵੇਖ ਰਿਹਾ ਹੈ, ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿਸਦਾ। ਇਸ ਵਰਤਾਏ ਜਪਜੀ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ 3 ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਨ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਵਾਲੇ ਪਸਾਰੇ ਨੂੰ ਪ੍ਰਭੂ ਵੱਲੋਂ ਕਿਵੇਂ ਸਾਜਿਆ ਗਿਆ। ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝਣ ਦਾ ਯਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ ਦੇ ਬਚਨ ਆਉਂਦੇ ਹਨ। ਇਸ ਵਿਸ਼ੇ ਦੇ ਖੋਜ ਮਾਰਗ ਉੱਪਰ ਚਲਦੇ ਚਲਦੇ ਸਾਡੀ ਹੈਰਾਨੀ ਹੱਦਾਂ ਬੰਨੇ ਪਾਰ ਕਰ ਜਾਂਦੀ ਹੈ। ਇਸ ਅਵਸਥਾ ਲਈ ਆਸਾ ਕੀ ਵਾਰ ਬਾਣੀ ਅੰਦਰ ਪਹਿਲੇ ਪਾਤਸ਼ਾਹ ਜੀ ਨੇ ਵਿਸਮਾਦ ਸ਼ਬਦ ਵਰਤਿਆ ਹੈ। ਸਹਿਬਾਂ ਦੇ ਅਮੋਲਕ ਬਚਨ ਹਨ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵੇਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ। ਗੁਰੂ ਸਾਹਿਬ ਕੁਦਰਤ ਦੀ ਬੇਅੰਤ ਵਿਸ਼ਾਲਤਾ ਦਾ ਲਗਾਤਾਰ ਹੋਰ ਵਰਣਨ ਕਰਦੇ ਹੋਏ ਇਸ ਸ਼ਲੋਕ ਦੀ ਸਮਾਪਤੀ ਤੇ ਇਸ ਸਾਰੇ ਪਸਾਰੇ ਸੰਬੰਧੀ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਨਾਲ ਸਿਧਾਂਤ ਸਪਸ਼ਟ ਕਰਦੇ ਹਨ ਕਿ ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਨਾਲ ਹੀ ਸਮਝਿਆ ਜਾ ਸਕਦਾ ਹੈ। ਵਿਸ਼ਾ ਅਧੀਨ ਵਿਚਾਰ ਤੋਂ ਅਸੀਂ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਇਸ ਸਾਰੇ ਪਸਾਰੇ ਨੂੰ ਪਸਾਰਨ ਵਾਲਾ ਅਕਾਲ ਪੁਰਖ ਆਪ ਬੇਅੰਤ ਹੈ। ਉਸ ਦੇ ਹੁਕਮ ਨਾਲ ਸਾਜੀ ਹੋਈ ਕੁਦਰਤ ਵੀ ਬੇਅੰਤ ਹੈ। ਉਸ ਦੀ ਬੇਅੰਤਤਾ ਨੂੰ ਪੂਰਨ ਰੂਪ ਵਿੱਚ ਜਾਣਨ ਦੀਆਂ ਕਿਸੇ ਵੀ ਤਰ੍ਹਾਂ ਕੋਈ ਦਾਅਵੇਦਾਰੀਆਂ ਕਰਨ ਦੀ ਥਾਂ ਤੇ ਸਾਨੂੰ ਵੀ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨਾਂ ਅਨੁਸਾਰ ਇਹੀ ਆਖਣਾ ਬਣਦਾ ਹੈ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੁਮਰਾ ਲਖਾ ਨ ਜਾਏ ਪਸਾਰਾ। ਇਹ ਵਾਰਤਾ ਸੁਣਾ ਰਹੇ ਸਨ ਸੁਖਜੀਤ ਸਿੰਘ। ਅਕਾਲ ਪੁਰਖ ਪ੍ਰਭੂ ਸਭ ਤੋਂ ਵੱਡਾ ਹੈ, ਅਰਥਾਤ ਸਿਰਮੌਰ ਹੈ, ਸਿਆਣਾ ਹੈ, ਦਿਆਨਤਦਾਰ ਹੈ। ਗੱਲ ਕੀ ਅਨੇਕਾਂ ਗੁਣ ਹਨ ਜਿਹੜੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਬਸ ਉਸ ਦੀ ਭਜਨ ਬੰਦਗੀ ਤੇ ਉਸ ਦੇ ਸੇਵਾ ਸਿਮਰਨ ਦੇ ਵਿੱਚ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਰਾਗ ਮਾਰੂ ਵਿੱਚ ਉਚਾਰਿਤ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ,
ਕਿ ਮੈਨੂੰ ਐਸੇ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ, ਉਸ ਨੂੰ ਮਿਲੇ ਬਿਨਾ ਹਿਰਦਾ ਵਿਆਕੁਲ ਹੈ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ। ਸਰਵਣ ਕਰਦੇ ਹਾਂ ਭਾਈ ਕਮਲਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਦਮਤ ਕਰੀ ਜਨ ਬੰਦਾ ਤੇਰਾ, ਖਿਦਮਤ ਕਰੀ ਜਨ ਬੰਦਾ ਤੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ, ਤੂੰ ਦਾਨਾ ਸਾਹਿਬ ਸਿਰ ਮੇਰਾ। सखी सहेली गर्भ कहेली, सुन सहकी एक बात सुहेली। सखी सहेली गर्भ कहेली, सुन सहकी एक बात सुहेली। खिजमत करी जन बंदा तेरा, खिजमत करी जन बंदा तेरा। तूं दाना साहिब सिर मेरा, तूं दाना साहिब सिर मेरा, तूं दाना साहिब सिर मेरा, तूं दाना साहिब सिर मेरा। जो मैं बेदन साकिच आखा माई, हर बिंद जियो ना रहे कैसे राखा माई। जो मैं बेदन साकिच आखा माई, हर बिन जियो ना रहे कैसे राखा माई। खिजमत करी जन बंदा तेरा, खिजमत करी जन बंदा तेरा। तूं दाना साहिब सिर मेरा, तूं दाना साहिब सिर मेरा। खिजमत करी जन बंदा तेरा, खिजमत करी जन बंदा तेरा। तूं दाना साहिब सिर मेरा, तूं दाना साहिब सिर मेरा। हाँ तो हाकड़ खरीर यानी, गया सुजोबन
ਸਾਹਿਬ ਸਿਰ ਮੇਰਾ। ਪੜਤ ਨਾਨਕ ਅੰਦੇ ਸਾਏ ਹੀ, ਬਿਨ ਦਰਸ਼ਨ ਕੈਸੇ ਰਾਵੋ ਸਨੇਹੀ। ਪੜਤ ਨਾਨਕ ਅੰਦੇ ਸਾਏ ਹੀ, ਬਿਨ ਦਰਸ਼ਨ ਕੈਸੇ ਰਾਵੋ ਸਨੇਹੀ। ਖਿਦਮਤ ਕਰੀ ਜਨ ਬੰਦਾ ਤੇਰਾ, ਖਿਦਮਤ ਕਰੀ ਜਨ ਬੰਦਾ ਤੇਰਾ। ਤੂੰ ਦਾਨਾ ਸਾਹਿਬ ਸਿਰ ਮੇਰਾ। तू दाना साहिब सिर मेरा, खिजमत करी जन बंदा तेरा। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਕਮਲਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।